ਬੱਚਿਓ, ਅੱਜ ਆਪਾਂ ਕਹਾਣੀ ਪੜ੍ਹਾਂਗੇ ਬਾਕੀ ਸਭ ਸੁੱਖ ਸਾਂਦ ਹੈ। ਬਾਕੀ ਸਭ ਸੁੱਖ ਸਾਂਦ ਕਹਾਣੀ ਸ੍ਰੀ ਮੋਹਨ ਭੰਡਾਰੀ ਜੀ ਦੀ ਲਿਖੀ ਹੋਈ ਹੈ। ਕਹਾਣੀ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਲੇਖਕ ਦੇ ਬਾਰੇ ਕੁਝ ਦੱਸਣਾ ਚਾਹਾਂਗੀ। ਸ੍ਰੀ ਮੋਹਨ ਭੰਡਾਰੀ ਜੀ ਦਾ ਜਨਮ ਪੰਜਾਬ ਦੇ ਪਿੰਡ ਬਨਪੌਰਾ, ਜ਼ਿਲ੍ਹਾ ਸੰਗਰੂਰ ਵਿੱਚ 14 ਫਰਵਰੀ 1937 ਈਸਵੀ ਵਿੱਚ ਹੋਇਆ। ਆਪ ਨੇ MA ਪੰਜਾਬੀ ਅਤੇ LLB ਦੀ ਵਿੱਦਿਆ ਪ੍ਰਾਪਤ ਕੀਤੀ। ਆਪ ਦੀਆਂ ਕਹਾਣੀਆਂ ਤਿਲਚੌਲੀ, ਪਛਾਣ, ਮਨੁੱਖ ਦੀ ਪੈੜ, ਮੂਨ ਦੀ ਅੱਖ ਕਾਫੀ ਪ੍ਰਸਿੱਧ ਹਨ। ਮੂਨ ਦੀ ਅੱਖ ਲਈ ਆਪ ਨੂੰ 1998 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਆਪ ਨੇ 9ਵੀਂ ਜਮਾਤ ਤੋਂ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 1953 ਈਸਵੀ ਵਿੱਚ ਆਪ ਨੇ ਪਹਿਲੀ ਕਹਾਣੀ ਲਿਖੀ। ਆਪ ਨੇ ਪੰਜਾਬ ਦੇ ਸੰਤਾਪ ਨਾਲ ਜੁੜੀਆਂ ਕਹਾਣੀਆਂ ਬਿਨਾਂ ਕਿਸੇ ਧਿਰ ਦਾ ਲਿਹਾਜ਼ ਕੀਤੇ ਜ਼ਾਲਮਾਂ ਵੱਲ ਉਂਗਲ ਕੀਤੀ ਹੈ ਅਤੇ ਉਹ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਕੁਨਬਾ ਪਰਵਰੀ ਅਤੇ ਹੋਰ ਕ੍ਰਿਤੀਆਂ ਦੀ ਵੀ ਆਲੋਚਨਾ ਕਰਦੇ ਹਨ। ਆਪ ਦੀਆਂ ਕਹਾਣੀਆਂ ਨੂੰ ਪਰਮਜੀਤ ਸਿੰਘ ਰਮਾਣਾ ਨੇ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਮੋਹਨ ਭੰਡਾਰੀਜ਼ ਸਿਲੈਕਟਡ ਸਟੋਰੀਜ਼ ਕਿਤਾਬ ਦਾ ਨਾਮ ਦਿੱਤਾ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਹੋਈ। ਆਪ ਦੀ ਇਹ ਕਹਾਣੀ ਬਾਕੀ ਸਭ ਸੁੱਖ ਸਾਂਦ ਹੈ ਪੰਜਾਬ ਦੇ ਅਣਗੌਲੇ ਲੋਕਾਂ ਵੱਲ ਧਿਆਨ ਦਿਵਾਉਂਦੀ ਹੈ। ਅਨਪੜ੍ਹਤਾ, ਗਰੀਬੀ, ਉਹਨਾਂ ਦੀਆਂ ਮੁਸ਼ਕਲਾਂ, ਸਮਾਜਿਕ, ਆਰਥਿਕ, ਮਾਨਸਿਕ ਮੁਸ਼ਕਲਾਂ ਬਾਰੇ ਚਾਨਣਾ ਪਾਉਂਦੀ ਹੈ। ਇਸ ਕਹਾਣੀ ਵਿੱਚ ਉਹਨਾਂ ਨੇ ਦੱਸਿਆ ਹੈ, ਮੋਹਨ ਸਿੰਘ ਪਿੰਡ ਦਾ ਇੱਕੋ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ। ਇੱਕੋ ਇੱਕ ਪੜ੍ਹਿਆ ਲਿਖਿਆ ਹੋਣ ਕਰਕੇ ਉਹ ਸਾਰੇ ਪਿੰਡ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ। ਜਦੋਂ ਉਹ ਕਿਸੇ ਨੂੰ ਚਿੱਠੀ ਲਿਖਣ ਤੋਂ ਜਵਾਬ ਦੇ ਦਿੰਦਾ ਤਾਂ ਲੋਕ ਉਸ ਨਾਲ ਔਖੇ ਜਿਹੇ ਹੋ ਜਾਂਦੇ। ਉਹ ਆਪਣੀ ਜ਼ਬਾਨੀ ਦੱਸਦਾ ਹੈ ਕਿ ਮੈਂ ਪੂਰੇ 5 ਵਰ੍ਹੇ ਚਿੱਠੀਆਂ ਲਿਖਦਾ ਆ ਰਿਹਾ ਸਾਂ, 5ਵੀਂ ਤੋਂ 10ਵੀਂ ਤੱਕ। ਚਿੱਠੀਆਂ ਲਿਖ ਲਿਖ ਕੇ ਮੈਂ ਅੱਕ ਗਿਆ ਸਾਂ। ਕਿਉਂ ਅੱਕ ਗਿਆ ਸੀ? ਕਿਉਂਕਿ ਲੋਕ ਉਸ ਤੋਂ ਸਿੱਧੀ ਤਰ੍ਹਾਂ ਚਿੱਠੀਆਂ ਨਹੀਂ ਸਨ ਲਿਖਵਾਉਂਦੇ। ਕੁੜੀਆਂ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ। ਚਿੱਠੀਆਂ ਵਿੱਚ ਦੋਹੇ, ਟਿਚਰਾਂ ਅਤੇ ਤੁਕਾਂ ਜੋੜ ਲਿਖਵਾਉਂਦੀਆਂ ਸਨ। ਦੋਹਾ ਤੋਂ ਭਾਵ ਹੈ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਅਨਮੋਲ ਮੋਤੀ। ਪੁਰਾਣਾ ਰੂਪ ਹੈ, ਇੱਕਮਾਤਰ ਰੂਪ ਹੈ, ਕਾਵ ਰੂਪ, ਛੰਦ। ਦੋਹਾ ਲੰਮੀ ਹੇਕ ਤੇ ਠਰਾ ਨਾਲ ਗਾਉਣ ਵਾਲਾ ਕਾਵ ਰੂਪ ਹੈ। ਟਿਚਰਾਂ ਤੋਂ ਭਾਵ ਮਸ਼ਕਰੀਆਂ। ਤੁਕਾਂ ਵੀ 2-2 ਸਤਰਾਂ ਜੋੜ ਕੇ ਉਹ ਲਿਖਵਾਉਂਦੀਆਂ ਸਨ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ, ਪਰ ਉਹ ਛਾਤੀ 'ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਕਹਿੰਦੀਆਂ, ਲਿਖ, ਚਿੱਠੀ ਲਿਖਦੀ ਹਾਂ ਖੂਨ ਨਾਲ, ਸਿਆਹੀ ਨਾ ਸਮਝਣਾ, ਮਰ ਗਈ ਹਾਂ ਤੇਰੀ ਯਾਦ ਵਿੱਚ, ਜਿਉਂਦੀ ਨਾ ਸਮਝਣਾ। ਹੁਣ ਲੇਖਕ ਕਹਿੰਦਾ ਹੈ ਕਿ ਮੈਨੂੰ ਕਈ ਮਿੰਟ ਉਡੀਕਣਾ ਪੈਂਦਾ ਕਿ ਕਦੋਂ ਉਹ ਸਮਾਧੀ 'ਚੋਂ ਬਾਹਰ ਨਿਕਲਣ ਅਤੇ ਅਗਲੀ ਗੱਲ ਲਿਖਵਾਉਣ। ਅਤੇ ਅਗਲੀ ਗੱਲ ਉਹਨਾਂ ਦੀ ਫਿਰ ਇਹੀ ਹੁੰਦੀ ਕਿ ਇਹਨਾਂ ਪਰਦੇਸੀਆਂ 'ਤੇ ਨਾ ਕਰਨਾ ਇਤਬਾਰ ਲੋਕੋ, ਇਹ ਰੱਸੀ ਦਾ ਸੱਪ ਬਣਾ ਦਿੰਦੇ। ਭਾਵ ਝੂਠੀ ਗੱਲ ਨੂੰ ਵੀ ਸੱਚੀ ਗੱਲ ਬਣਾ ਦਿੰਦੇ। ਕੋਈ ਕਹਿੰਦੀ ਇਉਂ ਲਿਖਦੇ ਵੀ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਮੈਨੂੰ ਲੈਣ ਆਊਗਾ, ਭਾਵੇਂ ਨਾ ਹੀ ਆਵੇ, ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ। ਭਾਵ ਉਹ ਕਹਿੰਦੀਆਂ ਕਿ ਸਾਨੂੰ ਹੌਸਲਾ ਮਿਲ ਜਾਏਗਾ ਇਸ ਚੀਜ਼ ਦਾ। ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਲਿਖ ਕੇ ਮੈਂ ਥੱਕ ਗਿਆ ਸਾਂ, ਅੱਕ ਗਿਆ ਸੀ ਉਹ ਲੇਖਕ। ਅਤੇ ਉਹ ਵਾਰਿਸ ਸ਼ਾਹ ਦੀ ਬੈਂਤ ਤੋਂ ਲੈ ਕੇ
ਭਗਤ ਕਬੀਰ ਦੇ ਦੋਹੇ ਆਪਣੀ ਚਿੱਠੀ ਵਿੱਚ ਲਿਖਵਾਉਂਦੀਆਂ ਸਨ। ਬੈਂਤ ਤੋਂ ਭਾਵ ਹੁੰਦਾ ਹੈ ਕਵਿਤਾ ਦਾ ਰੂਪ, ਛੰਦ, ਜੋ ਫਾਰਸੀ ਤੋਂ ਪੰਜਾਬੀ ਵਿੱਚ ਆਇਆ। ਹੋਰ ਛੋਟੇ ਛੋਟੇ ਟੋਟਕਿਆਂ ਦਾ ਤਾਂ ਅੰਤ ਹੀ ਨਹੀਂ ਸੀ। ਪਤਾ ਨਹੀਂ ਕੀ ਕੁਝ ਲਿਖਵਾਉਂਦੀਆਂ ਰਹਿੰਦੀਆਂ ਸਨ। ਉਹ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਕੀ ਲਿਖਵਾਉਂਦੀਆਂ ਰਹਿੰਦੀਆਂ ਸੀ। ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਲਿਖ ਕੇ ਮੈਂ ਥੱਕ ਗਿਆ ਸਾਂ। ਵੀ ਉਹ ਥੱਕ ਗਿਆ ਸੀ, ਅੱਕ ਗਿਆ ਸੀ। ਕੋਈ ਕਹਿੰਦੀ ਵੇ ਮੋਣਿਆ, ਸਾਨੂੰ ਲੋਕਾਂ ਵਾਂਗੂ ਟੋਟਕੜੇ ਤਾਂ ਨਹੀਂ ਕੱਢਣੇ ਆਉਂਦੇ। ਟੋਟਕੜੇ ਬੱਚੇ ਜਿਹੜੇ ਲੋਕ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਆਪ ਮੁਹਾਰੇ ਮੂੰਹੋਂ ਨਿਕਲਦੇ ਆ, ਉਹਨਾਂ ਨੂੰ ਅਸੀਂ ਟੋਟਕੜੇ ਕਹਿੰਦੇ ਹਾਂ। ਤੂੰ ਆਪੇ ਲਿਖਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ, ਵਿੱਚ ਸਾਡੀ ਰਾਮਸਤ ਜ਼ਰੂਰ ਲਿਖਦੇ। ਹੁਣ ਉਹ ਕਹਿੰਦੀਆਂ ਸਾਨੂੰ ਲੋਕਾਂ ਵਾਂਗੂ ਟੋਟਕੜੇ ਵੀ ਨਹੀਂ ਆਉਂਦੇ ਲਿਖਣੇ, ਘੜਨੇ ਵੀ ਨਹੀਂ ਆਉਂਦੇ, ਬਣਾਉਣੇ ਵੀ ਨਹੀਂ ਆਉਂਦੇ। ਤੂੰ ਸਾਡੇ ਵੱਲੋਂ ਜੋ ਮਰਜ਼ੀ ਲਿਖਦੇ, ਪਰ ਵਿੱਚ ਸਾਡੀ ਸਤਿ ਸ੍ਰੀ ਅਕਾਲ ਜ਼ਰੂਰ ਲਿਖਦੇ ਨੇ। ਬੁੜੀਆਂ ਆਪਣੇ ਰੋਣੇ ਰੋਂਦੀਆਂ। ਹੁਣ ਲੇਖਕ ਕਹਿੰਦਾ ਕਿ ਮੈਂ ਉਹਨਾਂ ਬਾਰੇ ਕੀ ਲਿਖਾਂ ਅਤੇ ਕੀ ਨਾ ਲਿਖਾਂ। ਕੁੜੀਆਂ ਤਾਂ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸੀ, ਪਰ ਜਿਹੜੀਆਂ ਬੁੜੀਆਂ ਸੀ ਉਹ ਆਪਣੇ ਹੀ ਰੋਣੇ ਰੋਂਦੀਆਂ ਸੀ। ਕਿਸੇ ਦੀ ਨੂੰਹ ਕਪੱਤੀ ਸੀ, ਕਿਸੇ ਦੀ ਧੀ ਦੁਖੀ ਸੀ, ਕਿਸੇ ਦਾ ਪੁੱਤ ਫੌਜ ਵਿੱਚ ਭਰਤੀ ਸੀ, ਕਿਸੇ ਦਾ ਹੱਥ ਤੰਗ ਸੀ। ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ। ਮਹੀਨੇ 'ਚ 2-2 ਤਰੀਕਾਂ ਪੈਂਦੀਆਂ ਸਨ। ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ, ਸਹੁਰੇ ਉਹਨੂੰ ਲਿਜਾਂਦੇ ਨਹੀਂ ਸਨ। ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ। ਉਹ ਨਾ ਮਰਦੀ ਸੀ ਨਾ ਰਾਜੀ ਹੁੰਦੀ ਸੀ। ਡਾਕਟਰ ਨੇ ਨਿੱਤ ਨਵੇਂ ਲੋਧੇ ਲਾ ਕੇ, ਲੋਧੇ ਤੋਂ ਭਾਵ ਹੁੰਦਾ ਟੀਕੇ, ਕੁੜੀ ਦਾ ਸਰੀਰ ਛਾਣ ਦਿੱਤਾ ਸੀ। ਭਾਵ ਉਹਦੇ 'ਚ ਮੋਰੀਆਂ ਕਰ ਦਿੱਤੀਆਂ ਸੀ ਟੀਕੇ ਲੱਗਣ ਦੇ ਨਾਲ, ਕਿਉਂਕਿ ਪੁਰਾਣੇ ਜ਼ਮਾਨੇ 'ਚ ਇੱਕੋ ਮੋਟੀ ਸੂਈ ਦੇ ਨਾਲ ਇੰਜੈਕਸ਼ਨ ਲੱਗਦਾ ਸੀ। ਡਾਕਟਰ ਦਾ ਘਰ ਭਰ ਰਿਹਾ ਸੀ ਅਤੇ ਉਹ ਦਿਨ ਬ ਦਿਨ ਕੰਗਾਲ ਹੋ ਰਹੇ ਸਨ। ਕੰਗਾਲ ਤੋਂ ਭਾਵ ਹੁੰਦਾ ਵੀ ਗਰੀਬ ਹੋ ਰਹੇ ਸੀ, ਉਹਨਾਂ ਕੋਲ ਪੈਸਾ ਖਤਮ ਹੁੰਦਾ ਜਾ ਰਿਹਾ ਸੀ। ਗੱਲ ਕੀ, ਲੋਕਾਂ ਦੇ ਦੁੱਖ ਲਿਖ ਲਿਖ ਕੇ ਮੈਂ ਦੁਖੀ ਹੋ ਜਾਂਦਾ ਸੀ। ਵੀ ਲੋਕਾਂ ਦੇ ਦੁੱਖ ਲਿਖ ਲਿਖ ਕੇ ਦੁਖੀ ਹੋ ਜਾਂਦਾ ਸੀ। ਕਿਸੇ ਦੀ ਧੀ ਬਿਮਾਰ ਸੀ, ਕਿਸੇ ਦੀ ਨੂੰਹ ਕਪੱਤੀ ਸੀ, ਕਿਸੇ ਦਾ ਮੁਕੱਦਮੇ ਚੱਲਦੇ ਸੀ, ਧੀ ਘਰੇ ਬੈਠੀ ਸੀ, ਸਹੁਰੇ ਉਹਨੂੰ ਲਿਜਾਂਦੇ ਨਹੀਂ ਸਨ। ਇਸ ਕਰਕੇ ਉਹ ਲੋਕਾਂ ਦੇ ਦੁੱਖ ਲਿਖ ਲਿਖ ਕੇ ਦੁਖੀ ਹੋ ਜਾਂਦਾ ਸੀ। ਉਹ ਸਾਰਾ ਦਿਨ ਸੋਚਦਾ ਰਹਿੰਦਾ। ਕੀ ਸੋਚਦਾ ਰਹਿੰਦਾ? ਕਿ ਕਦੋਂ ਇਹ ਲੋਕ ਰਾਜੀ ਖੁਸ਼ੀ ਹੋਣਗੇ, ਖੁਸ਼ੀਆਂ ਮਨਾਉਣਗੇ ਅਤੇ ਮੈਥੋਂ ਸੁਣੀਆਂ ਗੱਲਾਂ ਲਿਖਵਾਉਣਗੇ। ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ, ਮੈਨੂੰ ਖੁਸ਼ ਰੱਖਣ, ਸਦਾ ਖੁਸ਼। ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ 'ਚ ਜਾ ਵੜਦਾ। ਹੁਣ ਲੇਖਕ ਕੀ ਕਹਿੰਦਾ ਕਿ ਮੈਂ ਗੌਤਮ ਬੁੱਧ ਦੀ ਤਰ੍ਹਾਂ, ਜਿਸ ਤਰ੍ਹਾਂ ਗੌਤਮ ਬੁੱਧ ਨੇ ਦੁਨੀਆ ਦੇਖੀ ਅਤੇ ਉਸਨੇ ਮਹਿਸੂਸ ਕੀਤਾ ਕਿ ਦੁਨੀਆ ਜਿਹੜੀ ਦੁੱਖਾਂ ਦਾ ਘਰ ਹੈ। ਬੱਚਾ ਪਹਿਲਾਂ ਜਨਮ ਲੈਂਦਾ ਹੈ, ਵੱਡਾ ਹੁੰਦਾ ਹੈ, ਫਿਰ ਉਹਨੂੰ ਬਿਮਾਰੀਆਂ ਘੇਰ ਲੈਂਦੀਆਂ, ਬੁਢਾਪਾ ਆ ਜਾਂਦਾ ਹੈ ਅਤੇ ਅੰਤ ਵਿੱਚੋਂ ਮਰ ਜਾਂਦਾ ਹੈ। ਇਸੇ ਤਰ੍ਹਾਂ ਉਹ ਸੋਚਦਾ ਹੈ ਕਿ ਦੁਨੀਆ ਜਿਹੜੀ ਦੁੱਖਾਂ ਦਾ ਘਰ ਹੈ। ਇਹ ਵਚਨ ਸੀ ਜਿਹੜਾ ਗੌਤਮ ਬੁੱਧ ਦਾ ਵਚਨ, ਗੌਤਮ ਬੁੱਧ ਦੀ ਫਿਲਾਸਫੀ ਉਹਦੇ ਦਿਮਾਗ ਦੇ ਵਿੱਚ ਗੂੰਜਦੀ ਰਹਿੰਦੀ ਸੀ। ਹੁਣ ਉਹ ਸੋਚਦਾ ਹੈ ਕਿ ਮੇਰਾ ਜੀਅ ਕਰਦਾ ਹੈ, ਜੀਅ ਤੋਂ ਭਾਵ ਹੁੰਦਾ ਹੈ ਮਨ, ਮੈਂ ਪਿੰਡੋਂ ਭੱਜ ਜਾਵਾਂ ਦੂਰ, ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ। ਭਾਵ ਜਿੱਥੇ ਮੈਨੂੰ ਕੋਈ ਜਾਣ ਪਛਾਣ ਹੀ ਨਾ ਹੋਵੇ, ਨਾ ਵੀ ਲੋਕ ਉੱਥੇ, ਨਾ ਮੈਥੋਂ ਕੋਈ ਚਿੱਠੀਆਂ ਲਿਖਵਾਏਗਾ ਅਤੇ ਨਾ ਮੈਂ ਦੁਖੀ ਹੋਵਾਂਗਾ। ਹੁਣ ਉਹ ਕਹਿੰਦਾ ਕਿ ਮੇਰਾ ਮਨ ਕਰਦਾ ਕਿ ਮੈਂ ਦੂਰ ਭੱਜ ਜਾਂ। ਵੀ ਇਹ ਲੋਕ ਉਹਨਾਂ ਲੋਕਾਂ ਤੋਂ ਦੁਖੀ ਹੋ ਚੁੱਕਿਆ ਸੀ, ਅੱਕ ਚੁੱਕਿਆ ਸੀ ਉਹਨਾਂ ਦੇ ਦੁੱਖ ਸੁਣ ਕੇ। ਉਹ ਕਹਿੰਦਾ ਮੈਂ ਇਹੋ ਜਿਹੀ ਥਾਂ 'ਤੇ ਚਲਾ ਜਾਵਾਂ ਜਿੱਥੇ ਮੈਨੂੰ ਕੋਈ ਵੀ ਨਾ ਜਾਣਦਾ ਹੋਵੇ, ਨਾ ਹੀ ਮੇਰੇ ਕੋਲੋਂ ਕੋਈ ਚਿੱਠੀਆਂ ਲਿਖਵਾਏਗਾ ਅਤੇ ਨਾ ਹੀ ਮੈਂ ਦੁਖੀ ਹੋਵਾਂਗਾ। ਕਪੂਰੇ ਦਾ ਪੁੱਤ ਮੇਘਾ, ਮੇਲੋ ਦੀ ਧੀ ਸ਼ਰਬਤੀ, ਨਾਈਆਂ ਦਾ ਕੋਟਾ, ਇਹ ਸਾਰੇ ਜਾਣੇ ਹੁਣ ਪੰਜਵੀਂ 'ਚ ਹੋ ਗਏ ਸਨ।
ਲੇਖਕ ਉਹਨਾਂ ਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬੱਚੇ ਆ ਜਿਹੜੇ ਕਪੂਰੇ ਦਾ ਪੁੱਤ ਮੇਘਾ, ਮੇਲੋ ਦੀ ਧੀ ਸ਼ਰਬਤੀ, ਨਾਈਆਂ ਦਾ ਘੋਟਾ, ਇਹਨਾਂ ਨੂੰ ਹੁਣ ਸ਼ਬਦ ਰਚਨਾ, ਵਾਕ ਰਚਨਾ ਪੜ੍ਹ ਲਿਖ ਗਏ ਆ, 5ਵੀਂ 'ਚ ਹੋ ਗਏ ਆ, ਕਿਉਂਕਿ ਉਹ ਖੁਦ ਵੀ 5ਵੀਂ ਤੋਂ 10ਵੀਂ ਤੱਕ ਚਿੱਠੀਆਂ ਲਿਖਦਾ ਰਿਹਾ ਸੀ। ਤਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਉਹਨਾਂ ਤੋਂ ਚਿੱਠੀਆਂ ਲਿਖਵਾ ਲਿਆ ਕਰਨ। ਹੁਣ ਜੋ ਲੋਕ ਸੀ ਉਸ ਕੋਲੋਂ ਚਿੱਠੀਆਂ ਨਹੀਂ ਸੀ ਲਿਖਵਾਉਣੀਆਂ ਚਾਹੁੰਦੇ। ਉਹਨਾਂ ਬੱਚਿਆਂ ਕੋਲੋਂ ਕਿਉਂ ਨਹੀਂ ਸੀ ਲਿਖਵਾਉਣਾ ਚਾਹੁੰਦੇ? ਉਹ ਕਹਿੰਦੇ ਸੀ ਕਿ ਅਸੀਂ ਕਿਹਦੇ ਕੋਲੇ ਘਰ ਦੇ ਭੇਤ ਖੋਲ੍ਹਦੇ ਫਿਰੀਏ। ਕਬੀਲਦਾਰੀ ਦੇ 100 ਪਰਦੇ ਹੁੰਦੇ ਹੈ। ਮੋਹਨ ਸਿਆਂ, ਤੈਥੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ। ਹਰ ਗੱਲ ਆਪਣੇ ਧੀਆਂ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ, ਆਪਣੇ ਦਿਲ ਫੋਲ ਲੈਂਦੇ ਹਾਂ। ਤੇਰੇ ਕੋਲ ਹੋਰ ਸਾਲਾ ਕੀ ਹੈ ਇੱਥੇ? ਬਸ ਆਪਣਾ ਦਿਲ ਹੌਲਾ ਹੋ ਜਾਂਦਾ ਹੈ, ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ। ਹੁਣ ਉਹ ਕਹਿੰਦੇ ਕਿ ਅਸੀਂ ਤੇਰੇ ਕੋਲੋਂ ਕਦੇ ਕੋਈ ਗੱਲ ਲੁਕਾ ਕੇ ਨਹੀਂ ਰੱਖੀ। ਸਾਰੀ ਅੰਦਰਲੀ ਥੋੜ ਲੋੜ, ਹਰ ਚੀਜ਼, ਜ਼ਰੂਰਤ, ਘਰ ਦੀ ਚੰਗੀ ਮਾੜੀ, ਸਭ ਚੀਜ਼ ਤੇਰੇ ਸਾਹਮਣੇ ਹੈ। ਕਬੀਲਦਾਰੀ ਦੇ 100 ਪਰਦੇ ਆ। ਹਰ ਭੇਦ ਹੈ ਜਿਹੜਾ ਤੇਰੇ ਕੋਲ ਅਸੀਂ ਖੋਲ੍ਹ ਦਿੰਦੇ ਹਾਂ। ਇਸ ਕਰਕੇ ਅਸੀਂ ਹਰ ਕਿਸੇ ਕੋਲ ਘਰ ਦਾ ਭੇਦ ਨਹੀਂ ਖੋਲ੍ਹ ਸਕਦੇ। ਉਹਨਾਂ ਦਾ ਲਾਡ ਨਾਲ ਕਿਹਾ, ਮੋਹਨ ਸਿਆਂ ਮੈਨੂੰ ਚੰਗਾ ਲੱਗਦਾ। ਕਿਉਂ? ਕਿਉਂਕਿ ਉਹ ਵੀ ਸੱਚੇ ਸੀ, ਕਿਉਂਕਿ ਉਹ ਉਹਨਾਂ ਦੇ ਘਰ ਦੀ ਹਰ ਜ਼ਰੂਰਤ ਤੋਂ, ਹਰ ਲੋੜ ਤੋਂ, ਹਰ ਥੋੜ ਤੋਂ ਜਾਣੂ ਸੀ। ਲੇਖਕ ਕਦੇ ਕਦੇ ਸੋਚਦਾ ਹੈ, ਪਛਤਾਉਂਦਾ ਹੈ ਕਿ ਮੈਂ 2 ਲਫ਼ਜ਼ ਲਿਖਣ ਪਿੱਛੇ, 2 ਅੱਖਰ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਤੰਗ ਕਿਉਂ ਕਰਦਾ ਹੈ। ਉਹ ਮਨ ਹੀ ਮਨ ਪਛਤਾਉਂਦਾ ਹੈ। ਅਜੇ ਪਰਸੋਂ ਦੀ ਗੱਲ ਹੈ, ਜਾਗਰ ਫੌਜੀ ਦੀ ਮਾਂ ਹਰਕੌਰ ਮੈਨੂੰ ਆਪਣੇ ਘਰ ਲਿਜਾਣ ਲਈ ਆਈ, ਚਿੱਠੀ ਲਿਖਵਾਉਣ ਲਈ। ਪਹਿਲਾਂ ਤਾਂ ਮੈਂ ਟਾਲ ਮਟੋਲ ਕਰਦਾ ਰਿਹਾ, ਪਰ ਜਦੋਂ ਉਸ ਦੀਆਂ ਅੱਖਾਂ ਭਰ ਆਈਆਂ ਤਾਂ ਮੈਂ ਨੀਵੀਂ ਪਾ ਲਈ ਅਤੇ ਉਹਦੇ ਪਿੱਛੇ ਪਿੱਛੇ ਤੁਰ ਪਿਆ। ਹੁਣ ਜਦੋਂ ਉਸਨੇ ਦੇਖਿਆ ਕਿ ਬੁੱਢੀ ਔਰਤ ਹੈ, ਉਹਦੀਆਂ ਅੱਖਾਂ ਭਰ ਆਈਆਂ, ਵੀ ਪਤਾ ਨਹੀਂ ਉਹ ਕਿੰਨੀ ਕੁ ਦੁਖੀ ਹੋਏਗੀ, ਤਾਂ ਉਹ ਬਿਨਾਂ ਟਾਲ ਮਟੋਲ ਕੀਤੇ ਮਨ 'ਚ ਪਛਤਾਉਂਦਾ ਹੋਇਆ ਕਿ ਮੈਂ 2 ਅੱਖਰ ਲਿਖਣ ਪਿੱਛੇ ਕਿਉਂ ਤੰਗ ਕਰਦਾ ਹੈ, ਅਤੇ ਚੁੱਪਚਾਪ ਉਹਨਾਂ ਦੇ ਉਸ ਬੁੱਢੀ ਔਰਤ ਦੇ ਪਿੱਛੇ ਤੁਰ ਪਿਆ। ਬੁੱਢੀ ਔਰਤ ਜੋ ਇਸ ਕਹਾਣੀ ਦੀ ਮੁੱਖ ਪਾਤਰ ਹੈ, ਹਰਕੌਰ। ਹੁਣ ਇਸ ਕਹਾਣੀ 'ਚ ਲੇਖਕ ਨੇ ਪਿੰਡ ਦੇ ਲੋਕਾਂ ਦੇ ਬਾਰੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਕਿਸੇ ਆਏ ਗਏ ਦੀ ਆਓ ਭਗਤ ਕਰਦੇ ਹੈ। ਭਾਵੇਂ ਕਿੰਨੇ ਵੀ ਦੁਖੀ ਹੋਣ, ਪਰ ਫਿਰ ਵੀ ਆਪਣੀ ਉਸ ਪ੍ਰਤੀ ਸਨੇਹ, ਉਸ ਪ੍ਰਤੀ ਆਓ ਭਗਤ ਲਈ ਕੋਈ ਕਸਰ ਨਹੀਂ ਛੱਡਦੇ। ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਢਾ ਦਿੱਤੀ। ਖਾਤਰ ਤੋਂ ਪਾਬੰਦ ਲਈ ਮੈਂ ਚੁੱਪ ਕਰਕੇ ਬੈਠ ਗਿਆ। ਉੱਠ ਕੇ ਕਾੜਨੀ 'ਚੋਂ ਦੁੱਧ ਦਾ ਗਲਾਸ ਭਰ ਕੇ ਲੈ ਆਈ। ਕਾੜਨੀ ਹੁੰਦਾ ਬੱਚੋ, ਪਿੰਡਾਂ ਦੇ ਵਿੱਚ ਸਵੇਰੇ ਸੁਆਣੀਆਂ ਦੁੱਧ ਨੂੰ ਸੰਭਾਲਦੀਆਂ। ਦੁੱਧ ਵਰਤਣ ਤੋਂ ਬਾਅਦ ਜੋ ਦੁੱਧ ਬਚ ਜਾਂਦਾ ਹੈ, ਉਸ ਵਿੱਚ ਓਨਾ ਹੀ ਜਾਂ ਦੁੱਗਣਾ ਪਾਣੀ ਪਾ ਕੇ ਇੱਕ ਤੌੜੀ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ, ਅਤੇ ਉਹ ਤੌੜੀ ਸਾਰਾ ਦਿਨ ਅੱਗ ਦੇ ਸੇਕ ਦੇ ਉੱਪਰ ਪਈ ਰਹਿੰਦੀ ਹੈ। ਗੋਹਿਆਂ ਦੀ ਮੱਠੀ ਮੱਠੀ ਅੱਗ ਦੇ ਉੱਪਰ ਪਈ ਰਹਿੰਦੀ ਹੈ ਅਤੇ ਕੜਦਾ ਰਹਿੰਦਾ ਦੁੱਧ। ਇਸੇ ਕਰਕੇ ਉਹਦਾ ਨਾਮ ਕਾੜਨੀ ਰੱਖਿਆ। ਅਤੇ ਦੁੱਧ ਦਾ ਰੰਗ ਹੈ ਜਿਹੜਾ ਗੁਲਾਬੀ ਰੰਗ ਦਾ ਹੋ ਜਾਂਦਾ ਹੈ। ਪੀਣ ਵਿੱਚ ਬੜਾ ਸਵਾਦ ਅਤੇ ਪੌਸ਼ਟਿਕ ਹੁੰਦਾ। ਸੋ ਕਾੜਨੀ 'ਚੋਂ ਦੁੱਧ ਦਾ ਗਲਾਸ ਭਰ ਲਈ। ਮੈਂ ਬੜੀ ਨਾਂਹ ਨੁੱਕਰ ਕੀਤੀ, ਪਰ ਉਸ ਕਿਹਾ, ਪੀ ਲੈ ਪੁੱਤ, ਕਿਹੜਾ ਆਪਾਂ ਮੁੱਲ ਲਿਆਂਦਾ ਹੈ। ਸੁੱਖ ਨਾਲ 2 ਲਵੇਰੀਆਂ ਖੜੀਆਂ ਨੇ ਘਰ। ਲਵੇਰੀਆਂ ਤੋਂ ਭਾਵ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਹੋਣ। ਬੇਸ਼ੱਕ ਲੈ ਜਾਇਆ ਕਰ ਵੇਲੇ ਕਵੇਲੇ, ਲੋੜ ਪੈ ਜਾਵੇ ਕਦੇ। ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ, ਬਸ ਚਿੱਠੀ ਦੇ ਬੋਲ ਜਰਾ ਚੰਗੇ ਲਿਖ ਦੇਈਂ। ਆ ਲੈ ਫੜ ਕਾਟ। ਉਹਨੇ ਕਾਂਸੀ ਦੀ ਥਾਲੀ 'ਤੇ ਰੱਖ ਪੋਸਟ ਕਾਰਡ ਮੈਨੂੰ ਫੜਾ ਦਿੱਤਾ। ਦੇਖੋ ਬੱਚਿਓ, ਹੁਣ ਇੱਥੇ ਇੰਨੀ ਅਨਪੜ੍ਹਤਾ ਦਿਖਾਈ ਹੈ ਕਿ ਉਹਨਾਂ ਦੇ ਘਰ ਕਾਰਡ ਰੱਖਣ ਲਈ ਵੀ ਕੋਈ ਕਿਤਾਬ ਕਾਪੀ ਨਹੀਂ। ਥਾਲੀ ਦੇ ਉੱਪਰ ਰੱਖ ਕੇ ਉਹ ਉਹਨੂੰ ਕਾਰਡ ਫੜਾ ਰਹੀ ਹੈ ਤਾਂ ਜੋ ਉਹ ਚਿੱਠੀ ਲਿਖ ਸਕੇ। ਉਹਨਾਂ ਦਾ ਹੱਕ ਨਹੀਂ ਰੱਖਣਾ ਚਾਹੁੰਦੇ। ਦਿਲ ਦੇ ਸਾਫ਼ ਲੋਕ ਦਿਖਾਏ ਹੈ ਕਿ ਪਿੰਡਾਂ ਦੇ ਲੋਕ ਹੈ ਕਿੰਨੇ ਸਾਫ਼ ਦਿਲ ਦੇ ਹੁੰਦੇ ਹੈ।
ਕਿੰਨੀ ਆਓ ਭਗਤ ਕਰਦੇ ਹੈ। ਪਹਿਲਾਂ ਦੁੱਧ ਦੀ ਘੁੱਟ ਭਰ ਲੈ ਪੁੱਤ, ਬਹਿ ਭਰ ਚੂ। ਹੁਣ ਬੁੱਢੀ ਉਹਨੂੰ ਕਹਿੰਦੀ ਕਿ ਬੇਟਾ ਪਹਿਲਾਂ ਦੁੱਧ ਪੀ ਲੈ ਤਾਂ ਜੋ ਇਹ ਬੇਹਾ ਨਾ ਹੋ ਜਾਵੇ। ਬਹਿ ਭਰ ਜਾਣਾ ਮਤਲਬ ਵਾਈ ਭਰ ਜਾਣਾ। ਉਹਨੇ ਪਿੱਤਲ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ। ਮੈਂ ਸੰਗਦਿਆਂ ਗਲਾਸ ਮੂੰਹ ਨੂੰ ਲਾ ਲਿਆ, ਪਰ ਇੱਕਦਮ ਮੂੰਹ ਤੋਂ ਲਾਹ ਲਿਆ। ਗਰਮ ਗਰਮ ਦੁੱਧ ਨੇ ਮੇਰੀ ਜੀਭ ਅਤੇ ਗਰਮ ਗਰਮ ਗਲਾਸ ਨੇ ਮੇਰੇ ਬੁੱਲ੍ਹ ਫੂਕ ਦਿੱਤੇ। ਹੁਣ ਦੁੱਧ ਬਹੁਤ ਗਰਮ ਸੀ ਅਤੇ ਗਲਾਸ ਵੀ ਗਰਮ ਸੀ, ਇਸ ਕਰਕੇ ਜਿਹੜਾ ਉਹਦਾ ਬੁੱਲ੍ਹ ਸੀ ਜਿਹੜੇ ਉਹ ਦੁੱਧ ਨਾਲ ਸੜ ਗਏ। ਲੇਖਕ ਨੂੰ ਬੁੱਢੀ 'ਤੇ ਬਹੁਤ ਗੁੱਸਾ ਆਇਆ, ਕਿਉਂਕਿ ਗਰਮ ਦੁੱਧ ਪੀਣ ਨਾਲ ਉਸਦੀ ਜੀਭ ਸੀ ਜਿਹੜੀ ਜਲੂੰ ਕਰ ਰਹੀ ਸੀ। ਜਲੂੰ ਤਾਂ ਪਾਬੰਦ ਹੈ, ਮੱਚ ਰਹੀ ਸੀ, ਸੜ ਰਹੀ ਸੀ। ਅਤੇ ਬੁੱਢੀ ਵੀ ਉਸਦੇ ਗੁੱਸੇ ਨੂੰ ਦੇਖ ਕੇ ਥੋੜ੍ਹਾ ਡਰ ਜੇ ਗਈ। ਉਹਨੇ ਜਾਣ ਲਿਆ, ਭਾਪ ਲਿਆ ਤਾਂ ਪਾਬੰਦ ਹੈ, ਜਾਣ ਲਿਆ ਕਿ ਇਸਨੇ ਗੁੱਸਾ ਕੀਤਾ ਹੈ, ਅਤੇ ਉਸਨੇ ਦੁੱਧ ਨੂੰ ਫੈਂਟ ਕੇ ਮਤਲਬ ਇੱਕ ਦੂਸਰੇ 'ਚ ਹਿਲਾ ਕੇ ਪਾਣੀ ਵਰਗਾ ਠੰਡਾ ਕਰ ਦਿੱਤਾ। ਥੰਮਲੇ ਓਲਿਓਂ ਕਿਸੇ ਦੀ ਹਾਏ ਦੀ ਆਵਾਜ਼ ਸੁਣੀ। ਪੁੱਛਣ 'ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ, ਹਰਕੌਰ ਦੀ ਨੂੰਹ। ਇਸਨੇ ਪਰਸੋਂ ਪੁੱਤ ਜੰਮਿਆ ਸੀ, ਅੰਦਰ ਮੰਜੇ 'ਤੇ ਪਈ ਕਰਾ ਰਹੀ ਸੀ। ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ, ਜਿਹੜਾ ਅਜੇ ਤੱਕ ਨਹੀਂ ਸੀ ਟਿਕਿਆ। ਬੁੱਢੀ ਨੇ ਹੌਂਕਾ ਭਰ ਕੇ ਕਿਹਾ, ਪੁੱਤ ਮੁੰਨਿਆ, ਜਰਾ ਚੰਗੀ ਤਰ੍ਹਾਂ ਚਿੱਠੀ ਲਿਖੀ, ਜਿਸ ਨੂੰ ਪੜ੍ਹ ਕੇ ਮੁੰਡਾ ਫੌਜ 'ਚੋਂ ਨਾਵਾਂ ਕਟਾ ਆਵੇ। ਨਾਵਾਂ ਤੋਂ ਭਾਵ ਹੁੰਦਾ ਵੀ ਆਪਣਾ ਨਾਮ। ਅਸੀਂ ਬਹੁਤ ਦੁਖੀ ਹਾਂ। ਉਹਦੀਆਂ ਅੱਖਾਂ ਫਿਰ ਭਰ ਆਈਆਂ। ਦੇਖੋ ਬੱਚਿਓ, ਇੱਥੇ ਕਿੰਨੀ ਅਨਪੜ੍ਹਤਾ ਦਿਖਾਈ ਹੈ, ਕਿੰਨੀ ਗਰੀਬੀ ਦਿਖਾਈ ਹੈ ਕਿ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਜਨਮ ਪੀੜਾ ਦੇ ਨਾਲ ਉਹ ਕਰਾ ਰਹੀ ਹੈ, ਬੱਚੇ ਦੇ ਦੁੱਖ ਦੇ ਨਾਲ ਉਹ ਕਰਾ ਰਹੀ ਹੈ, ਪਰ ਉਹਨੂੰ ਹਸਪਤਾਲ ਲਿਜਾਣ ਦੀ ਉਹਨਾਂ ਵਿੱਚ ਸੋਝੀ ਨਹੀਂ, ਉਹਨਾਂ ਕੋਲ ਪੈਸੇ ਦੀ ਕਮੀ ਹੈ, ਇਸ ਕਰਕੇ ਆਰਥਿਕ ਤੰਗੀ ਹੈ, ਉਹ ਇੱਕ ਜਾਨ ਨੂੰ ਵੀ ਨਹੀਂ ਬਚਾ ਸਕੇ। ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ। ਮੈਂ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ, ਉਹਦੀ ਰਾਜੀ ਖੁਸ਼ੀ ਪੁੱਛੀ, ਅਤੇ ਫਿਰ ਸਵਾਲੀ ਨਜ਼ਰਾਂ ਨਾਲ ਬੁੜੀ ਵੱਲ ਵੇਖਣ ਲੱਗ ਪਿਆ। ਹੁਣ ਉਹ ਸਵਾਲੀ ਨਜ਼ਰਾਂ ਭਾਵ ਪ੍ਰਸ਼ਨ ਵਾਲੀਆਂ ਨਜ਼ਰਾਂ ਨਾਲ ਵੀ ਮੈਂ ਕੀ ਲਿਖਾਂ। ਹੁਣ ਬੁੱਢੀ ਕੀ ਲਿਖਵਾਉਂਦੀ ਹੈ। ਬੁੱਢੀ ਨੇ ਹੌਂਕਾ ਭਰ ਕੇ ਕਿਹਾ, ਲਿਖ ਪੁੱਤ ਬਈ ਉਹਦਾ ਬਾਪੂ 5ਵੀਂ ਤਰੀਕ 'ਤੇ ਜਾ ਆਇਆ, ਇਸ 15 ਦੀ ਫਿਰ ਪੇਸ਼ੀ ਹੈ। ਹੁਣ ਇੱਥੇ ਉਹਨਾਂ ਨੇ ਦਿਖਾਇਆ ਹੈ ਕਿ ਉਹਨਾਂ ਲੋਕਾਂ 'ਤੇ ਮੁਕੱਦਮੇ ਚੱਲਦੇ, ਦੇਸ਼ ਦੇ ਵਿੱਚ ਫੈਲੀ ਹੋਈ ਭ੍ਰਿਸ਼ਟਾਚਾਰੀ 'ਤੇ ਚਾਨਣਾ ਪਾਇਆ। ਦੀਪੋ ਦੇ ਪ੍ਰਾਹੁਣੇ ਦਾ ਅਜੇ ਕੋਈ ਪਤਾ ਨਹੀਂ ਹੈ, ਕਿੱਥੇ ਗਿਆ ਹੈ, ਕਿੱਥੇ ਨਹੀਂ। ਉਹ ਵੀ ਗੌਰ ਕਰਕੇ ਉੱਧਰੋਂ ਥੋ ਪਤਾ ਕੱਢੇ ਵੀ ਉਹ ਕਹਿੰਦੀ ਹੈ ਕਿ ਉਹਦੇ ਪ੍ਰਾਹੁਣੇ ਦਾ ਸਾਨੂੰ ਕੁਝ ਪਤਾ ਨਹੀਂ, ਕਿੱਥੇ ਚਲਾ ਗਿਆ ਹੈ, ਕਿੱਥੇ ਨਹੀਂ ਗਿਆ। ਗੌਰ ਕਰਕੇ ਹੁੰਦਾ ਮਤਲਬ ਧਿਆਨ ਨਾਲ, ਥੋ ਪਤਾ ਕਰਨਾ ਮਤਲਬ ਉਹਦੇ ਬਾਰੇ 'ਚ ਪਤਾ ਕਰਨਾ, ਉਹਦਾ ਥਾਂ ਟਿਕਾਣਾ ਲੱਭਣਾ। ਬੂਰੀ ਮੈਸ ਐਤਕਾਂ ਤੂੰ ਗਈ। ਉਹਨੂੰ ਦੱਸਦਾ ਕਿ ਬੂਰੀ ਬਰਾਊਨ ਰੰਗ ਦੀ, ਭੂਰੇ ਰੰਗ ਦੀ ਮੱਝ ਹੈ ਜਿਹੜੀ, ਉਹ ਇਸ ਵਾਰ ਬਿਮਾਰ ਹੋ ਗਈ। ਤੂੰ ਗਈ ਤਾਂ ਪਾਬੰਦ ਉਹਦਾ ਬੱਚਾ ਬਿਮਾਰ ਹੋ ਗਿਆ, ਨਾਲੇ ਉਹਦੀ ਪੂਛ ਨੂੰ ਬਾਹਮਣੀ ਲੱਗ ਗਈ। ਪੂਛ ਨੂੰ ਬਾਹਮਣੀ ਲੱਗਣਾ ਤਾਂ ਪਾਬੰਦ ਹੈ ਬੱਚਿਓ ਵੀ ਪੂਛ ਨੂੰ ਇੱਕ ਕਿਸਮ ਦੀ ਬਿਮਾਰੀ ਲੱਗ ਗਈ। ਪੂਛ ਵੱਢ ਕੇ ਮੈਸ ਦੀ ਕਦਰ ਵੀ ਅੱਧੀ ਰਹਿ ਗਈ, ਵੀ ਉਹਦੀ ਪੂਛ ਵੱਢਣੀ ਪਈ, ਇਸ ਕਰਕੇ ਮੱਝ ਦੀ ਜਿਹੜੀ ਕਦਰ ਸੀ, ਕੀਮਤ ਸੀ, ਅੱਧੀ ਰਹਿ ਗਈ। ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ, ਪਰ ਮੈਂ ਲਿਖ ਹੀ ਦਿੱਤੀ। ਵੀ ਉਹ ਕਹਿੰਦਾ ਮੈਨੂੰ ਇਹ ਪਤਾ ਨਹੀਂ ਲੱਗਿਆ ਵੀ ਉਹਨੇ ਮੇਰੇ ਨਾਲ ਕਰਨ ਵਾਸਤੇ ਗੱਲ, ਵੈਸੇ ਸਰਸਰੀ ਗੱਲ ਕੀਤੀ ਹੈ ਜਾਂ ਉਹਨੇ ਲਿਖਣ ਵਾਸਤੇ ਕਹੀ ਹੈ, ਪਰ ਲੇਖਕ ਕਹਿੰਦਾ ਕਿ ਮੈਂ ਇਹ ਵੀ ਲਿਖ ਦਿੱਤਾ। ਨਾਰੇ ਬਲਦ ਦਾ ਕੰਨਾ ਮਤਾੜਿਆ ਗਿਆ ਐਤਕੀ। ਹੁਣ ਉਹ ਕਹਿੰਦਾ ਕਿ ਜਿਹੜਾ ਬਲਦ ਸੀ ਉਹਦਾ ਮੋਢਾ ਜ਼ਖਮੀ ਹੋ ਗਿਆ, ਕਿਉਂਕਿ ਬਲਦਾਂ ਦੇ ਮੋਢੇ ਦੇ ਉੱਤੇ ਜਦੋਂ ਅਸੀਂ ਹਲ ਰੱਖਦੇ ਹਾਂ ਤਾਂ ਜ਼ਖਮੀ ਹੋ ਜਾਂਦੇ ਆ, ਲੱਕੜ ਨਾਲ ਕਸੜ ਕੇ ਜ਼ਖਮੀ ਹੋ ਜਾਂਦੇ ਆ, ਅਤੇ ਜ਼ਖਮ ਹੋਣ ਤੋਂ ਬਾਅਦ ਉਹ ਉਹਨਾਂ ਤੋਂ ਅਸੀਂ ਕੰਮ ਨਹੀਂ ਲੈ ਸਕਦੇ, ਉਹਨਾਂ 'ਤੇ ਅਸੀਂ ਹਲ ਨਹੀਂ ਰੱਖ ਸਕਦੇ। ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ, ਪਰ ਵੇਚਦੇ ਵੀ ਕਿੱਦਾਂ ਨਾ, ਹਾਲਾ ਜੋ ਦੇਣਾ ਸੀ। ਹਾਲਾ ਤੋਂ ਭਾਵ ਹੁੰਦਾ ਮਾਮਲਾ, ਕਿ ਲੋਕ ਹੈ ਜਿਹੜੇ ਪਹਿਲੀ
ਲੈ ਲੈਂਦੇ ਹੈ ਅਤੇ ਹਰ ਸਾਲ ਉਹਦੇ ਇਵਜ਼ ਦੇ ਵਿੱਚ ਮਾਮਲਾ ਦਿੰਦੇ ਹੈ। ਖੇਤੀਆਂ ਤਾਂ ਜੈ ਖਾਣੀਆਂ ਪਾਣੀ ਨੇ ਮਾਰ ਲਈਆਂ। ਹੁਣ ਉਹ ਕਹਿੰਦੀ ਕਿ ਇਸ ਵਾਰ ਜਿਹੜੀਆਂ ਖੇਤੀਆਂ ਸੀ ਉਹ ਮੀਂਹ ਬਹੁਤ ਪਏ ਅਤੇ ਮੀਂਹਾਂ ਦੇ ਨਾਲ ਸਾਰੀਆਂ ਖੇਤੀਆਂ ਜਿਹੜੀਆਂ ਖਰਾਬ ਹੋ ਗਈਆਂ। ਕਾਲਜੇ 'ਚ ਰੁੱਗ ਭਰਦਾ ਗੋਡੇ ਗੋਡੇ ਪਾਣੀ ਦੇਖ ਕੇ ਖੇਤਾਂ ਦੇ। ਉਹ ਕਹਿੰਦੀ ਜਦੋਂ ਅਸੀਂ ਖੇਤਾਂ 'ਚ ਪਾਣੀ ਦੇਖਦੇ ਹਾਂ, ਫਸਲਾਂ ਵਿਛੀਆਂ ਵੀਆਂ ਦੇਖਦੇ ਹਾਂ, ਉਸ ਸਮੇਂ ਸਾਡਾ ਅੰਦਰੋਂ ਦਿਲ ਨਿਕਲ ਜਾਂਦਾ। ਇਹ ਬਾਹਰੋਂ ਕੌਣ ਹੋਇਆ? ਹੁਣ ਉਹ ਪੁੱਛਦਾ ਹੈ ਵੀ ਇਹ ਬਾਹਰੋਂ ਕੌਣ ਹੋਇਆ? ਉਹ ਸੋਚਦਾ ਮਨ ਹੀ ਮਨ। ਮੈਂ ਪੁੱਛਿਆ, ਹੁਣ ਉਹਨੇ ਬੁੱਢੀ ਨੂੰ ਪੁੱਛ ਹੀ ਲਿਆ ਵੀ ਇਹ ਬਾਹਰੋਂ ਕੌਣ ਹੈ। ਆਪਣਾ ਵੱਛਾ ਸੀ ਪੁੱਤ, ਘਰ ਦਾ ਪਾਲਿਆ ਹੋਇਆ। ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਹਾਂ। ਹੁਣ ਉਹ ਕਹਿੰਦਾ ਹੀ ਹੈ ਕਿ ਮੈਂ ਉਹਨੂੰ ਪਾਲਣ ਵਾਸਤੇ ਸਾਰਾ ਸਾਰਾ ਦੁੱਧ ਉਹਨੂੰ ਛੱਡਦੀ ਰਹੀ ਤਾਂ ਜੋ ਤਕੜਾ ਹੋਵੇ। ਮੁੰਡਾ ਕਹਿੰਦਾ ਵੇਚਣਾ ਨਹੀਂ। ਮੁੰਡਾ ਭਾਵ ਫੌਜੀ ਜਾਗਰ, ਜਿਹੜਾ ਹਰਕੌਰ ਦਾ ਲੜਕਾ ਸੀ, ਉਹ ਕਹਿੰਦਾ ਸੀ ਵੀ ਆਪਾਂ ਵੇਚਣਾ ਨਹੀਂ ਇਹਨੂੰ, ਬੜਾ ਸੋਹਣਾ ਬੈੜਕਾ ਨਿਕਲੂ, ਵੀ ਬਹੁਤ ਸੋਹਣਾ ਵੱਡਾ ਬੈੜਕਾ ਬਣ ਜੂ। ਉਹਦੀਆਂ ਮੇਲੇ ਤੋਂ ਲਿਆਂਦੀਆਂ ਘੁੰਗਰਾਲਾਂ ਅਤੇ ਨੱਥਾਂ ਅਜੇ ਬਹੂ ਦੇ ਸੰਦੂਕ 'ਚ ਜਿਉਂ ਦੀਆਂ ਤਿਉਂ ਪਈਆਂ ਨੇ। ਵੀ ਉਹਨੂੰ ਸਜਾਉਣ ਲਈ ਅਸੀਂ ਘੁੰਗਰਾਲਾਂ ਲਿਆਂਦੀਆਂ, ਨੱਥਾਂ ਲਿਆਂਦੀਆਂ, ਪਰ ਉਹਨੂੰ ਪਾਉਣੀਆਂ ਨਸੀਬ ਨਹੀਂ ਹੋਈਆਂ। ਉਹ ਉਵੇਂ ਦੀ ਉਵੇਂ ਹੀ ਅਜੇ ਕਰਤਾਰੋ ਦੇ ਸੰਦੂਕ ਵਿੱਚ ਪਈਆਂ ਹਨ, ਕਿਉਂਕਿ ਉਹਨਾਂ ਨੂੰ ਬਾਹਰੋਂ ਵੇਚਣਾ ਪਿਆ। ਮਾਮਲਾ ਦੇਣਾ ਸੀ। ਮਾਮਲਾ ਇਸ ਲਈ ਨਹੀਂ ਦੇ ਸਕੇ ਕਿਉਂਕਿ ਖੇਤੀ ਸੀ ਜਿਹੜੀ ਉਹ ਪਾਣੀ ਦੀ ਮਾਰ ਨੇ ਖਰਾਬ ਕਰ ਦਿੱਤੀ ਸੀ। ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਧੀ। ਟੁੱਕ ਤੋਂ ਭਾਵ ਹੁੰਦਾ ਰੋਟੀ, ਬੁਰਕੀ ਤੋਂ ਭਾਵ ਮਤਲਬ ਇੱਕ ਟੁਕੜਾ। ਥੰਮਲੇ ਲੱਗ ਕੇ ਬੈਠਾ ਰਿਹਾ ਸਾਰਾ ਦਿਨ ਨੀਵੀਂ ਪਾ ਕੇ, ਭਾਵ ਉਹ ਥੰਮ ਦੇ ਨਾਲ, ਥੰਮਲੇ ਤੋਂ ਭਾਵ ਹੁੰਦਾ ਥੰਮ, ਪਿੱਲਰ, ਥੰਮ ਦੇ ਨਾਲ ਢੋ ਲਾ ਕੇ ਉਦਾਸੀ ਦੇ ਵਿੱਚ ਸਾਰਾ ਦਿਨ ਬੈਠਾ ਰਿਹਾ, ਕਿਉਂਕਿ ਉਸਨੂੰ ਬਾਹਰੋਂ ਨੂੰ ਵੇਚਣ ਦਾ ਬਹੁਤ ਦੁੱਖ ਹੋਇਆ। ਹੋਰ ਕੀ ਲਿਖਾਂ ਚਾਚੀ, ਮੈਂ ਕਵੇਲਾ ਹੁੰਦਾ ਦੇਖ ਕੇ ਕਿਹਾ। ਕਵੇਲਾ ਤੋਂ ਭਾਵ ਹੁੰਦਾ ਬੱਚੇ ਸ਼ਾਮ ਪੈਣੀ, ਸੂਰਜ ਦਾ ਛਿਪ ਜਾਣਾ, ਥੋੜ੍ਹਾ ਜਿਹਾ ਹਨੇਰਾ ਹੋ ਜਾਣਾ, ਉਹਨੂੰ ਅਸੀਂ ਕਵੇਲਾ ਕਹਿੰਦੇ ਹਾਂ। ਹੋਰ ਲਿਖਦੇ ਪੁੱਤ ਬਈ, ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ। ਕਰਤਾਰੋ ਮੰਜੇ 'ਤੇ ਮਰਨ ਵਾਲੀ ਪਈ ਏ। ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਕੇ ਨਾਮਾ ਕਟਾ ਕੇ ਆਵੇ, ਚਿੱਠੀ ਨੂੰ ਤਾਰ ਸਮਝੇ। ਹੁਣ ਉਹ ਕਹਿੰਦੀ ਕਿ ਚਿੱਠੀ ਨੂੰ ਤਾਰ ਸਮਝੇ, ਭਾਵ ਟੈਲੀਗ੍ਰਾਮ ਸਮਝੇ। ਬੱਚਿਓ, ਅੱਜ ਕੱਲ੍ਹ ਟੈਲੀਗ੍ਰਾਮ ਨਹੀਂ ਵਰਤੀ ਜਾਂਦੀ ਕਿਉਂਕਿ ਸੰਚਾਰ ਦੇ ਸਾਧਨ ਬਹੁਤ ਵੱਧ ਗਏ ਹੈ, ਬਹੁਤ ਤੇਜ਼ ਸੰਚਾਰ ਦੇ ਸਾਧਨ ਸਾਡੇ ਕੋਲ ਆ ਗਏ ਹੈ। ਇਸ ਲਈ ਟੈਲੀਗ੍ਰਾਮ ਨੂੰ ਪਿਛਲੇ 2-3 ਸਾਲਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਮੈਂ ਸੁੰਨ ਹੋ ਗਿਆ। ਸੁੰਨ ਤੋਂ ਭਾਵ ਮਤਲਬ ਵੀ ਇੱਕਦਮ ਹੈਰਾਨ ਜਿਹਾ ਹੋ ਜਾਣਾ, ਵੀ ਉਹਨੂੰ ਸੁੰਨ ਹੋ ਜਾਣਾ ਮਤਲਬ ਉਹਨੂੰ ਕਹਿ ਸਕਦੇ ਵੀ ਠੰਡਾ ਜਿਹਾ ਹੋ ਜਾਣਾ ਸਰੀਰ। ਕਿੰਨਾ ਸੋਹਣਾ ਸੀ ਗੋਬਲਾ ਜਿਹਾ ਮੇਰਾ ਪੋਤਾ, ਇਨ ਬਿਨ ਬਾਪ 'ਤੇ ਗਿਆ। ਇਨ ਬਿਨ ਤੋਂ ਭਾਵ ਬਿਲਕੁਲ, ਤਿੱਖਾ ਤਿੱਖਾ ਨੱਕ, ਚੌੜਾ ਮੱਥਾ ਅਤੇ ਭਰਮਾ ਚਿਹਰਾ। ਵੀ ਉਹ ਬਹੁਤ ਸੋਹਣਾ ਦਾ ਨੱਕ ਸੀ, ਤਿੱਖਾ ਨੱਕ ਸੀ, ਚੌੜਾ ਮੱਥਾ ਸੀ, ਭਰਮਾ ਚਿਹਰਾ ਸੀ, ਭਰਿਆ ਹੋਇਆ ਚਿਹਰਾ ਸੀ। ਮੂੰਹ ਜਿਵੇਂ ਹਸੂੰ ਹਸੂੰ ਕਰਦਾ ਸੀ। ਜਦੋਂ ਦੀਵੇ ਚਾਨਣੇ ਮੈਂ ਦੇਖਿਆ, ਇਉਂ ਲੱਗਿਆ ਜਿਵੇਂ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ 'ਚੋਂ। ਹੁਣ ਬੁੱਢੀ ਕੀ ਕਹਿੰਦੀ ਹੈ ਕਿ ਮੈਨੂੰ ਐਂ ਲੱਗਿਆ ਕਿ ਇੰਨਾ ਸੋਹਣਾ ਮੈਨੂੰ ਬੱਚਾ ਲੱਗ ਰਿਹਾ ਸੀ, ਸੋਹਣਾ ਸੀ, ਗੋਬਲਾ ਜਿਹਾ ਸੀ, ਚੌੜਾ ਮੱਥਾ ਸੀ, ਤਿੱਖਾ ਨੱਕ ਸੀ, ਚਿਹਰਾ ਹਸੂੰ ਹਸੂੰ ਕਰਦਾ ਸੀ, ਬਿਲਕੁਲ ਉਹਨੂੰ ਆਪਣੇ ਪੁੱਤਰ ਦੀ ਤਰ੍ਹਾਂ ਲੱਗਿਆ। ਸੋ ਉਹ ਕਹਿ ਰਹੀ ਸੀ ਕਿ ਮੈਨੂੰ ਐਂ ਮਹਿਸੂਸ ਹੋਇਆ ਜਿਵੇਂ ਮੇਰਾ ਪੁੱਤਰ ਆ ਗਿਆ ਹੋਵੇ। ਬੁੱਢੀ ਆਪਣੇ ਵਿੱਚ ਬੁੜਬੁੜਾਈ ਜਾ ਰਹੀ ਸੀ। ਬੱਚੇ, ਬਹੁਤ ਇੰਪੋਰਟੈਂਟ ਹੈ ਇਹ ਸ਼ਬਦ। ਕਿਸ ਨੇ ਕਿਸ ਨੂੰ ਕਹੇ ਜੇ ਆ ਜਾਵੇ ਤਾਂ ਅਸੀਂ ਇੱਥੇ ਇਹ ਨਹੀਂ ਕਹਾਂਗੇ ਵੀ ਮੋਹਨ ਸਿੰਘ ਨੂੰ ਕਹੇ। ਇੱਥੇ ਆਪਾਂ ਇਹ ਲਿਖਾਂਗੇ ਕਿ ਬੁੱਢੀ ਆਪਣੇ ਆਪ ਵਿੱਚ ਬੁੜਬੁੜਾਈ ਜਾ ਰਹੀ ਸੀ। ਭਾਬੀ ਦੀ ਉਮਰ ਲੰਮੀ ਚਾਹੀਦੀ ਹੈ ਚਾਚੀ, ਇਹਦਾ ਧਿਆਨ ਨਾਲ ਇਲਾਜ ਕਰਵਾ, ਨਾਲੇ ਜਿਉਂਦਾ ਰਹੇ ਸਾਡਾ ਭਾਈ। ਉਹਦੀ ਲਿਖੀ ਹੀ ਇੰਨੀ ਕੁ ਸੀ। ਹੁਣ ਉਹ ਕਹਿੰਦੀ ਹੈ ਕਿ ਉਹਦੀ ਲਿਖੀ ਹੀ ਇੰਨੀ ਕੁ ਸੀ। ਉਹ ਕਹਿੰਦਾ ਉਹਨੂੰ ਹੌਸਲਾ ਦਿੰਦਾ ਹੈ, ਉਹਦਾ ਹੌਸਲਾ ਬਣਦਾ ਹੈ। ਉਹਨੂੰ ਲੱਗਦਾ ਹੈ ਕਿ ਬੁੱਢੀ ਔਰਤ ਹੈ ਜਿਹੜੀ ਕਾਫੀ ਡਾਵਾਂਡੋਲ ਹੋ ਚੁੱਕੀ ਹੈ, ਉਹਨੂੰ ਹੌਸਲਾ ਦਿੰਦਾ ਹੈ ਕਿ ਭਾਬੀ ਦੀ ਉਮਰ ਲੰਮੀ ਚਾਹੀਦੀ ਹੈ, ਇਹਦਾ ਸਾਨੂੰ ਇਲਾਜ ਕਰਾਉਣਾ ਚਾਹੀਦਾ ਹੈ।
ਬਾਈ ਜਿਉਂਦਾ ਰਵੇ ਵੀ ਬੱਚੇ ਦੀ ਉਮਰ ਹੀ ਇੰਨੀ ਕੁ ਲਿਖੀ ਸੀ। ਚਾਚੀ ਨੇ ਸਿਰ 'ਤੇ ਰੱਖੇ ਖੱਦਰ ਦੇ ਪਰਨੇ ਨਾਲ ਅੱਖਾਂ ਪੂੰਝੀਆਂ ਤੇ ਕਿਹਾ, ਲਿਖਤਾ ਪੁੱਤ ਸਭ ਕੁਝ? ਚਾਚੀ ਨੇ ਕਿਹਾ, ਆਹੋ ਚਾਚੀ, ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ। ਚੰਗਾ ਪੁੱਤ, ਇੱਕ ਵਾਰੀ ਚਿੱਠੀ ਵਾਚ ਕੇ ਸੁਣਾ ਦੇ ਮੈਨੂੰ। ਉਹ ਕਹਿੰਦੀ, ਹੁਣ ਮੈਨੂੰ ਸਾਰੀ ਚਿੱਠੀ ਪੜ੍ਹ ਕੇ ਸੁਣਾ ਦੇ ਵੀ ਕੋਈ ਸ਼ਾਇਦ ਭੁੱਲੀ ਵਿਸਰੀ ਗੱਲ ਮੈਨੂੰ ਯਾਦ ਆ ਜਾਵੇ। ਨਾਲੇ ਉਹਦੀਆਂ ਅੱਖਾਂ ਵਿੱਚ ਤਰਲਾ ਸੀ। ਹੁਣ ਉਹਦੀਆਂ ਅੱਖਾਂ ਦੇ ਵਿੱਚ ਮਿੰਨਤਾਂ ਸੀ, ਤਰਲਾ ਸੀ ਕਿ ਸ਼ਾਇਦ ਮੈਨੂੰ ਕੋਈ ਗੱਲ ਹੀ ਯਾਦ ਆ ਜਾਵੇ। ਮੈਂ ਚਿੱਠੀ ਪੜ੍ਹ ਕੇ ਸੁਣਾ ਦਿੱਤੀ। ਬਸ ਚਾਚੀ, ਮੈਂ ਚਿੱਠੀ ਲਿਖਦਿਆਂ ਪੁੱਛਿਆ, ਬਸ ਪੁੱਤ ਲਿਖ ਦੇ, ਬਾਕੀ ਸਭ ਸੁੱਖ ਸਾਂਦ ਹੈ। ਹੁਣ ਬੁੱਢੀ ਇੰਨੇ ਮਨੋਬਲ ਵਾਲੀ ਸਾਨੂੰ ਦਿਖਾਈ ਦਿੱਤੀ ਹੈ। ਉਹ ਲੇਖਕ ਦੀ ਗੱਲ ਸੁਣ ਕੇ, ਲੇਖਕ ਦੁਆਰਾ ਬਣਾਏ ਹੋਏ ਹੌਂਸਲੇ ਨੂੰ ਸੁਣ ਕੇ, ਉਹਦੀਆਂ ਗੱਲਾਂ ਸੁਣ ਕੇ ਉਸ ਵਿੱਚ ਹੌਂਸਲਾ ਬਚ ਜਾਂਦਾ ਹੈ ਅਤੇ ਉਹ ਆਪਣੇ ਪੁੱਤਰ ਨੂੰ ਵੀ ਹੌਂਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਤੂੰ ਹੁਣ ਬਸ ਇਹ ਲਿਖ ਦੇ ਕਿ ਬਾਕੀ ਸਭ ਸੁੱਖ ਸਾਂਦ ਹੈ। ਇੱਥੋਂ ਸਾਨੂੰ ਬੁੱਢੀ ਦੇ ਸੁਦ੍ਰਿੜ ਇਰਾਦੇ ਦਾ, ਸੁਦ੍ਰਿੜ ਮਨੋਬਲ ਦਾ ਪਤਾ ਲੱਗਦਾ ਹੈ ਕਿ ਕਿੰਨੇ ਦੁੱਖਾਂ 'ਚ ਹੋਣ ਦੇ ਬਾਵਜੂਦ ਵੀ ਉਸਦਾ ਮਨੋਬਲ ਬਹੁਤ ਤਕੜਾ ਹੈ। ਇੰਨੀਆਂ ਮੁਸ਼ਕਿਲਾਂ 'ਚ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਨੂੰ ਸੰਭਾਲੀ ਬੈਠੀ ਹੈ। ਬੁੜੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਛੁੱਟ ਗਈ। ਹੁਣ ਉਹਦੇ ਹੱਥੋਂ ਕਲਮ ਛੁੱਟ ਗਈ। ਉਹ ਹੈਰਾਨ ਹੋ ਗਿਆ। ਉਹ ਸੋਚ ਰਿਹਾ ਸੀ ਕਿ ਇਹ ਲੋਕ ਇੰਨੇ ਦੁਖੀ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਮਨੋਬਲ ਕਿੰਨਾ ਉੱਚਾ ਹੈ। ਇਹ ਲੋਕ ਮਨੋਂ ਕਿੰਨੇ ਬਲਵਾਨ ਹੈ। ਸੋ ਲੇਖਕ ਨੇ ਇਹ ਕਹਾਣੀ ਲਿਖ ਕੇ ਪਾਠਕਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਪਰੋਇਆ ਕਿ ਮਨੁੱਖ ਨੂੰ ਕਿੰਨੇ ਵੀ ਦੁੱਖ ਕਿਉਂ ਨਾ ਭਾਵਾਂ ਹੋਣ, ਪਰ ਉਹਨਾਂ ਨੂੰ ਕਦੇ ਵੀ ਆਪਣਾ ਮਨੋਬਲ ਹੈ ਜਿਹੜਾ ਉਹ ਡਿੱਗਣ ਨਹੀਂ ਦੇਣਾ ਚਾਹੀਦਾ। ਮਨੋਬਲ ਨੂੰ ਡਾਵਾਂਡੋਲ ਨਹੀਂ ਹੋਣਾ ਦੇਣਾ ਚਾਹੀਦਾ। ਸੋ ਇਹ ਕਹਾਣੀ ਬਾਕੀ ਸਭ ਸੁੱਖ ਸਾਂਦ ਹੈ। ਬਹੁਤ ਹੀ ਖੂਬਸੂਰਤ ਕਹਾਣੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ।